ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦਾ ਹਾਂ ਕਿ ਕਰਮਜੀਤ ਸਿੰਘ ਕੁੱਸਾ ਦੇ ਨਾਵਲ ਰੋਹੀ ਬੀਆਬਾਨ ਦੇ ਪਹਿਲੇ 2 ਕਾਂਡਾਂ ਦੇ ਆਡੀਓ ਤੁਸੀਂ ਧਿਆਨ ਨਾਲ ਸੁਣ ਲਏ ਹੋਣਗੇ। ਮੈਂ ਇਹ ਵੀ ਤਾਕੀਦ ਕਰਦਾ ਹਾਂ ਕਿ ਜਿਹੜੀ ਵੀ ਆਡੀਓ ਤੁਸੀਂ ਸੁਣ ਰਹੇ ਹੋ ਉਸ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਕਿ ਉਸ ਵਿੱਚ ਆਏ ਵਿਚਾਰਾਂ ਅਤੇ ਘਟਨਾਵਾਂ ਨੂੰ ਚੰਗੀ ਤਰ੍ਹਾਂ ਸਮਝਿਆ ਵਿਚਾਰਿਆ ਜਾ ਸਕੇ। ਇਸ ਤਰੀਕੇ ਨਾਲ ਤੁਸੀਂ ਨਾਵਲ ਵਿਚਲੀ ਬਿਰਤਾਂਤਕਤਾ ਦੀ ਲਗਾਤਾਰਤਾ ਨੂੰ ਸਮਝ ਸਕਦੇ ਹੋ। ਆਓ ਇਸ ਨਾਵਲ ਦੇ ਕਾਂਡ ਤੀਜਾ ਦਾ ਆਡੀਓ ਰੂਪ ਸੁਣੀਏ। ਸਕੂਲੋਂ ਮੁੜਦਿਆਂ ਹੀ ਗੋਰੇ ਨੇ ਚਾਹ ਨਾਲ ਦੁਪਹਿਰ ਦੀ ਬਚੀ ਬੇਹੀ ਰੋਟੀ ਖਾਧੀ। ਜਿਉਂ ਹੀ ਉਹ ਅੱਖ ਬਚਾ ਕੇ ਬਾਹਰ ਭੱਜਣ ਲੱਗਾ, ਮਹਿੰਦਰੋ ਨੇ ਨੱਠੇ ਜਾਂਦੇ ਗੋਰੇ ਦਾ ਮਗਰੋਂ ਗੁਲਾਮਾ ਫੜ ਲਿਆ। ਭੱਜਿਆ ਕਿੱਧਰ ਜਾਣਾ ਹੈ? ਪੱਠੇ ਤੇਰਾ ਪਿਓ ਕਤਰਾਊ, ਗੋਲੀ ਦੇ ਜਾਣਾ ਨਾ ਹੋਵੇ ਤਾਂ। ਉਹਨੂੰ ਬਾਹੋਂ ਫੜ ਕੇ ਘੜੀਸਦਿਆਂ ਵਾਂਗ ਮਸ਼ੀਨ ਕੋਲ ਲੈ ਆਈ। ਗੋਰਾ ਟੇਢਾ ਜਿਹਾ ਹੋਇਆ, ਕੰਨ ਜਿਹਾ ਖੁਰਕਦਾ ਐਵੇਂ ਮੁੱਚੀ ਦੀ ਚੂੰ ਚੂੰ ਕਰ ਰਿਹਾ ਸੀ। ਕੁਤਰਾ ਪੱਠੇ। ਮਸ਼ੀਨ ਕੋਲ ਲਿਆ ਕੇ ਉਸ ਦੀ ਬਾਹ ਨੂੰ ਝਟਕੇ ਜਿਹੇ ਦਿੰਦਿਆਂ ਆਖਿਆ। ਅੰਦਰਲੀ ਸੁਭਾਤ ਮੂਹਰਲੇ ਬਰਾਂਡੇ ਵਿੱਚ ਖੇਡ ਪਈ ਕੁੜੀ ਉਹਨਾਂ ਦਾ ਭੈਂਜਲ ਵੇਖ ਕੇ ਰੀ ਰੀ ਕਰਦੀ ਉਹਨਾਂ ਵੱਲ ਤੁਰ ਪਈ। ਬੀਬੀਏ, ਹੈਂ ਤੇਰੇ ਕੀ ਸੱਪ ਲੜ ਗਿਆ? ਭਰਾਵਾਂ ਪਿੱਟੀਏ। ਪਾੜਸ਼ੇ ਵਿੱਚ ਚਰੀ ਦੇ ਟਾਂਡੇ ਧਰ ਕੇ ਸਿਰ ਉੱਤੋਂ ਚੁੰਨੀ ਲਾ ਕੇ ਪਿਛਲੀ ਕੰਧ ਵਿੱਚ ਗੱਡੇ ਕਿੱਲੇ ਉੱਤੇ ਸੁੱਟੀ। ਫੇਰ ਮਸ਼ੀਨ ਨਾਲ ਝੂਟਦੇ ਗੋਰੇ ਨਾਲ ਮਸ਼ੀਨ ਗੇੜਨ ਲੱਗਦਿਆਂ ਉਸ ਰੋਂਦੀ ਆਉਂਦੀ ਕੁੜੀ ਨੂੰ 2-4 ਹੋਰ ਝਿੜਕੀਆਂ ਦਿੱਤੀਆਂ। ਪਰ ਕੁੜੀ ਉਸੇ ਤਰ੍ਹਾਂ ਦੱਬਵੀਂ ਆਵਾਜ਼ ਵਿੱਚ ਬਿਲਕਦੀ ਹੌਲੀ ਹੌਲੀ ਮਸ਼ੀਨ ਵੱਲ ਤੁਰੀ ਆਉਂਦੀ ਸੀ। ਲੱਕੜਾਂ ਹੋਈ ਚਰੀ ਕਿਹੜਾ ਕੁਤਰੀ ਜਾਂਦੀ ਸੀ। ਰੁੱਗ ਭਰਮਾਂ ਲਾ ਲੈਂਦੇ ਪਰ ਮਸ਼ੀਨ ਇੱਕਸਾਰ ਨਾ ਗੇੜੀ ਜਾਂਦੀ। ਕਦੇ ਰੁੱਗਾਂ ਵੱਲ ਕਦੇ ਚੱਕਰ ਵੱਲ ਘੁੰਮਦਿਆਂ ਉਹ ਦਮ ਉਖੇੜ ਬੈਠੀ। ਵਿੱਚ ਦੀ ਉਸ ਗੋਰੇ ਨੂੰ ਚੱਜ ਨਾਲ ਮਸ਼ੀਨ ਨਾ ਗੇੜਨ ਬਦਲੇ ਆਖਿਆ ਤਾਂ ਅੱਗੋਂ ਉਹ ਭੱਜ ਕੇ ਪਿਆ। ਗੇੜੀ ਤਾਂ ਜਾਣਾ ਹੈ, ਬਾਹਲੀ ਔਖੀ ਐ, ਆਪ ਗੇੜ ਲੈ। ਪੱਠਿਆਂ ਦੀ ਥੱਬੀ ਅਜੇ ਕੁਤਰੀ ਨਹੀਂ ਸੀ। ਕੁੜੀ ਮਹਿੰਦਰੋ ਦੀਆਂ ਲੱਤਾਂ ਨੂੰ ਆ ਕੇ ਚਿੰਬੜੀ ਸੀ। ਉਸ 1-2 ਵਾਰ ਮਸ਼ੀਨ ਗੇੜਦਿਆਂ ਹੀ ਕੁੜੀ ਨੂੰ ਚਿਚੜੀ ਵਾਂਗ ਤੋੜ ਕੇ ਪਰੇ ਵਗਾਇਆ, ਪਰ ਉਹ ਹਰ ਵਾਰੀ ਕਿਲਕਾਰਾ ਮਾਰਦੀ ਉਸ ਦੀ ਸਲਵਾਰ ਨੂੰ ਆ ਫੜਦੀ। ਅੱਕ ਕੇ ਉਸਨੇ ਕੁੜੀ ਦੀ ਢੂਹੀ ਤੇ ਜ਼ੋਰ ਨਾਲ ਕਚੀਚੀਆਂ ਵੱਟਦਿਆਂ ਇੱਕ ਘਸੁੰਨ ਜੜਿਆ। ਢੂਹੀ ਤਪਲੇ ਵਾਂਗ ਬੋਲੀ ਤੇ ਕੁੜੀ ਬੁੜਕੀ। ਨਾਲ ਹੀ ਉਸ ਲੰਮੀ ਸਾਰੀ ਲੇਰ ਮਾਰੀ। ਕਾਲੇ ਮੂੰਹ ਵਾਲੀ, ਕਿੱਡੀ ਕਮਜ਼ਾਤ ਦੱਦ ਲੱਗੀ ਐ, ਮੁਕਾ ਦੂੰ। ਆਖਦਿਆਂ ਉਹ ਇੱਕ ਚਪੇੜ ਉਸਦੇ ਸਿਰ ਵਿੱਚ ਚੜੀ ਤੇ ਬਾਹੋਂ ਫੜ ਕੇ ਘੜੀਸਦਿਆਂ ਗੋਦੀ ਚੁੱਕ ਲਈ। ਫਿਰ ਗੋਰੇ ਨੂੰ ਚਰੀ ਦੀ ਭਰੀ ਖੋਲਣ ਲਈ ਆਖ ਕੇ ਬਾਹਰ ਖੇਡਦੇ ਨਿਆਣਿਆਂ ਵੱਲ ਗਈ। ਕੱਦੂ ਨੂੰ ਕੋਲ ਸੱਦਿਆ। ਪਹਿਲਾਂ ਉਹਨੂੰ ਢਿਲਕਦੀ ਜਾਂਦੀ ਨੀਕਰ ਬੰਨਣ ਲਈ ਝੜਕੀ ਦਿੱਤੀ। ਕੁੜੀ ਉਹਦੀਆਂ ਬਾਹਾਂ 'ਚ ਸਿੱਟ ਕੇ ਮਸ਼ੀਨ ਨਾਲ ਆ ਕੇ ਸਾਹੋ ਸਾਹ ਹੋਣ ਲੱਗ ਪਈ। ਹਾਲੇ ਉਹ ਬੈਠੇ ਦਮ ਹੀ ਲੈ ਰਹੇ ਸਨ। ਕੱਦੂ ਕੁੜੀ ਢਾਕ ਉੱਤੇ ਲਮਕਾਉਂਦਾ ਆ ਗਿਆ। ਨਿੱਕਰ ਉਸ ਦੀ ਖਿਸਕ ਕੇ ਗੋਡਿਆਂ ਤੱਕ ਆਈ ਪਈ ਸੀ। ਕਿਉਂ ਤੂੰ ਚੱਕੀ ਆਉਣਾ ਇਹਨੂੰ ਇੱਧਰ ਨੂੰ? ਮੈਂ ਤੀ ਤਲਾ, ਇਹ ਤਾਂ ਲੋਈ ਜਾਂਦੀ ਐ, ਨਾਲੇ ਤੇਰਾ ਸਿਰ ਕਰੀ ਜਾਂਦੀ ਐ, ਕੋੜਾ ਬਸੂਰਾ ਜਿਹਾ। ਕੁੜੀ ਨੂੰ ਆਪਣੀਆਂ ਬਾਹਾਂ ਵਿੱਚ ਲੈਂਦਿਆਂ ਉਹਨੇ ਆਖਿਆ, ਨੀਕਰ ਨੂੰ ਫੂਕ ਲਿਆ ਕਰ, ਕੱਲ ਨੂੰ ਮੂੰਹ ਤੇ ਦਾੜੀ ਆਜੂ। ਜਾ ਵੱਡੇ ਦੀ ਨੀਕਰ ਪੈਰਾਂ 'ਚ ਹੀ ਰੂ। ਗੋਰਾ ਨੀਵੀਂ ਪਾਈ ਬੈਠਾ ਚਰੀ ਦੇ ਬਰੀਕ ਟਾਂਡੇ ਨਾਲ ਧਰਤੀ ਉੱਤੇ ਗੋਲ ਘੇਰੇ ਵਾਹ ਰਿਹਾ ਸੀ। ਕੁੜੀ ਆਪ ਦੀ ਮਾਂ ਦੀ ਛਾਤੀ ਨੂੰ ਚਿੰਬੜ ਰਹੀ ਸੀ। ਜਦੋਂ ਉਹ ਕੁੜੀ ਨੂੰ ਦੁੱਧ ਦੇਣ ਲੱਗੀ ਤਾਂ ਢਿੱਡ ਨਾਲ ਲੱਗੀ ਕੁੜੀ ਦਾ ਉਹਨੂੰ ਮੋਹ ਜਿਹਾ ਆ ਗਿਆ। ਉਸਦੇ ਸਿਰ ਵਿੱਚ ਐਵੇਂ ਹੀ ਰੋਲ ਪਾਉਂਦਿਆਂ ਕੁੜੀ ਨੂੰ ਘੁੱਟ ਕੇ ਆਪਣੇ ਨਾਲ ਲਾਉਂਦਿਆਂ ਮਿੱਠੀ ਆਵਾਜ਼ 'ਚ ਆਖਿਆ, ਮਾਰੀ ਜਾਏ ਤੂੰ ਗੁਲੇਲਣੀ ਜੀ। ਨਾ ਵੇ ਮੁੰਡਿਓ, ਜੇ ਆਪਣੀ ਗੁੱਡੀ ਮਰ ਗਈ ਮੈਂ ਤਾਂ ਨਾਲ ਹੀ ਮਰ ਜੂ। ਕੁੜੀ ਦੁੱਧ ਚੁੰਘਣਾ ਛੱਡ ਕੇ ਉਸ ਵੱਲ ਖੁਸ਼ ਹੋ ਕੇ ਝਾਕੀ। ਉਸ ਫੇਰ ਉਹਨੂੰ ਆਪਣੇ ਨਾਲ ਲਾਉਂਦਿਆਂ ਤੇ ਘੁੱਟਦਿਆਂ ਆਖਿਆ, ਮਰੇਂਗੀ ਹੈਂ? ਕੁੜੀ ਦੁੱਧ ਚੁੰਘਣਾ ਛੱਡ ਕੇ ਤਿੜ ਤਿੜ ਕਰਕੇ ਹੱਸ ਪਈ। ਮਰ ਜੂ ਬਈਏ ਹੋ। ਗੋਰੇ ਨੂੰ ਬੀਬੀ ਖੇਖਣ ਜਿਹੇ ਕਰਦੀ ਬੁਰੀ ਲੱਗੀ। ਫੇਰ ਤਾਂ ਪਿੰਡ ਸੁੰਨਾ ਹੋ ਜੂ, ਤੈਨੂੰ ਕੀ ਹੁੰਦਾ ਵੇ? ਕੱਦੂ ਨਿੱਕਰ ਨੂੰ ਹੱਥ ਪਾਈ ਚਰੀ ਵਿੱਚੋਂ ਮਿੱਠੇ ਟਾਂਡੇ ਭਾਲ ਕੇ ਚੂਪ ਰਿਹਾ ਸੀ। ਉਸ ਕਈ ਟਾਂਡੇ ਅੱਧ ਚੱਬੇ ਜਿਹੇ ਕਰਕੇ ਸੁੱਟ ਦਿੱਤੇ ਸਨ। ਜਦੋਂ ਕੋਈ ਫੋਕਾ ਤੇ ਕੌੜਾ ਟਾਂਡਾ ਉਸਦੇ ਮੂੰਹ ਵਿੱਚ ਆ ਜਾਂਦਾ, ਉਹ ਤੜਪ ਕੇ ਟਾਂਡਾ ਪਰੇ ਸੁੱਟ ਦਿੰਦਾ ਤੇ ਬਾਰ-ਬਾਰ ਥੁੱਕਦਾ, ਕਿਉਂ ਭੁੱਖੜਾਂ ਵਾਂਗੂ ਸਰੜ ਸਰੜ ਕਰੀ ਜਾਂਦਾ? ਫਿਰ ਰਾਤ ਨੂੰ ਆਖੂ, ਬੀਬੀ ਮੇਲਾ ਤਾਂ ਸਿਲ ਦੁਖਦਾ। ਚੁੱਪੂਗਾ, ਤੇਰਾ ਐਵੇਂ ਢਿੱਡ ਦੁਖਦਾ, ਮੈਂ ਦੁਖਾਵਾਂ ਢਿੱਡ? ਮਹਿੰਦਰੋ ਨੇ ਸਰੜ ਸਰੜ ਕਰਦੇ ਕੱਦੂ ਵੱਲ ਧੌਣ ਮੋੜੀ। ਫੇਰ ਅੱਧੀ ਰਾਤ ਨੂੰ ਪਿੱਟਣੇ ਪਾਏਗਾ, ਮੈਨੂੰ ਅਭੀ ਦਵਾਈ ਦਿਓ। ਫੇਰ ਬਿੰਦ ਝਟ ਕੱਟ ਵੀ ਨਾ ਹੁੰਦਾ ਹੈ। ਗੋਰੇ ਨੇ ਚਰੀ ਦੀ ਭਰੀ ਵਿੱਚੋਂ ਮੋਟਾ ਟਾਂਡਾ ਖਿੱਚ ਕੇ ਕੱਦੂ ਦੇ ਮੋਰਾਂ 'ਚ ਇੱਕ ਧਰ ਦਿੱਤਾ। ਕੱਦੂ ਚੀਕ ਜਿਹੀ ਮਾਰ ਕੇ ਪਿੱਛੇ ਹਟ ਗਿਆ। ਫੇਰ ਬਦਲਾ ਲੈਣ ਲਈ ਉਸ ਵੀ ਟਾਂਡਾ ਚੁੱਕ ਲਿਆ, ਪਰ ਗੋਰੇ ਦੇ ਹੱਥ ਵਿੱਚ ਪੱਕੀ ਇੱਟ ਦਾ ਰੋੜਾ ਵੇਖ ਕੇ ਢੈਲਾ ਜਿਹਾ ਪੈ ਗਿਆ। ਬਿੰਦ ਕੋ ਟਾਂਡਾ ਮੂੰਹ ਵਿੱਚ ਲੈ ਕੇ ਚੂਬਦਾ ਰਿਹਾ। ਫਿਰ ਬੋਲਿਆ, ਬੀਬੀਏ
ਅੱਧ ਇਹਦੇ ਤੇ ਕਸੂਲ 'ਚ ਕੁੱਟ ਪਈ ਸੀ। ਕਦੋਂ ਪਈ ਐ? ਗੋਰਾ ਛੇਤੀ ਦੇ ਕੇ ਬੁੜਕਿਆ। ਕੋਲ ਪਈ ਤਾਂ ਸੀਗੀ। ਅੱਧੀ ਛੁੱਟੀ ਤੋਂ ਮਗਰੋਂ ਲਾਲੇ ਦੰਦੇ ਲਾਏ ਸੀ ਘੋਨੇ ਮਾਸਟਰ ਨੇ। ਕਦੋਂ ਲਾਏ ਆ ਓਏ? ਗੋਰੇ ਨੇ ਛੇਤੀ ਦੇ ਕੇ ਉੱਠਦਿਆਂ ਉਸ ਵੱਲ ਘਸੁੰਨ ਉਗਰਿਆ। ਬੁਲਾਵਾਂ ਝੂਠ? ਬੂੰਦੀ ਬਣਾ ਦੂੰ। ਗੋਹ ਜੀ ਦੀ। ਕੱਦੂ ਦੋਹਾਂ ਹੱਥਾਂ ਨਾਲ ਗਿੱਧਾ ਪਾਉਣ ਲੱਗ ਪਿਆ, ਨਾਲੇ ਨੱਚਣ। ਪਈ ਸੀ ਹਲੋ ਇੱਕ ਮੁੰਡੇ ਤੇ ਕੁੱਟ ਪਈ ਤੇ ਨਾਲ ਹੀ ਉਹ ਮੂੰਹ ਜਿਹਾ ਬਣਾ ਕੇ ਹੱਸਿਆ। ਗੋਰੇ ਦੀ ਕੋਈ ਵਾਹ ਨਹੀਂ ਜਾਂਦੀ ਸੀ। ਮਹਿੰਦਰੋਂ ਨੇ ਗੋਰੇ ਦੇ ਉਤਰੇ ਹੋਏ ਮੂੰਹ ਵੱਲ ਦੇਖਿਆ ਤਾਂ ਉਹਦੀ ਸ਼ੱਕ ਜਾਂਦੀ ਰਹੀ। ਕੀ ਗੱਲ, ਉਹ ਕੀ ਲੱਗਦਾ ਸੀ ਕੁੱਟਣ ਦਾ? ਕਦੋਂ ਕੁੱਟਿਆ? ਇਹ ਤਾਂ ਐਵੇਂ ਭਕਾਈ ਕਰਦਾ। ਇਹਦੀਆਂ ਸੁਣ ਲੈਨੀ ਐ। ਮੇਰੇ ਤੇ ਕਦੋਂ ਪਈਆਂ? ਮੈਂ ਲਟੂ ਹੋਰਾਂ ਤੇ ਪਈ ਐ। ਤਦੋਂ ਕੱਦੂ ਅਜੇ ਵੀ ਟੱਪੀ ਜਾਂਦਾ ਸੀ। ਇਹਦੇ ਪਈਆਂ। ਉਦੋਂ ਹੀ ਬਾਰ ਮੂਹਰੇ ਦੀ ਥੰਮਣ ਦਾ ਵੱਡਾ ਪੋਤਾ ਲੰਘਿਆ। ਗੋਰੇ ਦੀ ਬੀਬੀ ਨੇ ਉਹਨੂੰ ਹਾਕ ਮਾਰ ਲਈ। ਅੱਜ ਸਾਡੇ ਗੋਰੇ ਨੂੰ ਮਾਸਟਰਾਂ ਨੇ ਕਾਹਤੋਂ ਕੁੱਟਿਆ? ਪਤਾ ਨਹੀਂ ਮੈਨੂੰ ਤਾਂ। ਉਹ ਤਖਤੇ ਨਾਲ ਝੂਟਣ ਲੱਗ ਪਿਆ। ਫਿਰ ਚਾਣਚੱਕ ਬੋਲਿਆ, ਹਾਂ ਸੱਚ, ਇਹਦੇ ਹਿਸਾਬ ਦੇ ਪਰਚੇ 'ਚੋਂ ਗੋਲ ਅੰਡਾ ਆਇਆ ਗੋਲ ਅੰਡਾ। ਤੇਰਾ ਆਇਆ ਹੋਊਗਾ, ਮੇਰਾ ਕੋਈ ਨਹੀਂ। ਗੋਰਾ ਉਹਨੂੰ ਭੱਜ ਕੇ ਪਿਆ। ਆਇਆ ਨਹੀਂ ਫਿਰ? ਥੰਮਣ ਦਾ ਪੋਤਾ ਤੁੜਕਿਆ। ਨਾਲੇ ਭੰਤੇ ਦਾ ਨਾਲੇ ਚੋਚੇ ਦਾ। ਉਹਨਾਂ ਦਾ ਆਇਆ ਹੋਊ, ਮੇਰਾ ਕੋਈ ਨਹੀਂ ਆਇਆ। ਗੋਰਾ ਉਸ ਨਾਲ ਜਿੱਦਣ ਲੱਗ ਪਿਆ। ਉਹ ਇਸ ਗੱਲ ਉੱਤੇ ਅੜਿਆ ਹੋਇਆ ਸੀ ਕਿ ਉਹਦਾ ਗੋਲ ਅੰਡਾ ਨਹੀਂ ਆਇਆ। ਮਹਿੰਦਰੋਂ ਨੇ ਉਹਨੂੰ ਕਾਟਵਾ ਵਾਂਗ ਲੜਦਿਆਂ ਵੇਖ ਕੇ ਪਹਿਲਾਂ ਆਪਣੇ ਮੁੰਡੇ ਨੂੰ ਝੜਕਿਆ, ਫਿਰ ਥੰਮਣ ਦੇ ਪੋਤੇ ਨੂੰ ਪੁੱਛਿਆ, ਤੇ ਛਲ ਜੈਂਟ ਦਾ? ਉਹਦੇ ਦਾ 25 ਨੰਬਰ ਹੈ ਤੇ ਤੇਰੇ? ਮੇਰੇ 20 ਹੈ। ਕਦੋਂ 20 ਹੈ ਇਹਦੇ ਨਾਲੇ ਛਲ ਜੈਂਟ ਦੇ? ਇਹਨਾਂ ਦਾ ਵੀ ਗੋਲ ਅੰਡਾ ਆਇਆ। ਕਦੋਂ? ਥੰਮਣ ਦੇ ਪੋਤੇ ਨੇ ਬੁੜਕ ਕੇ ਹੱਥ ਕੱਢਦਿਆਂ ਪਟਾਕ ਦੇਣੇ ਆਖਿਆ। ਸ਼ਰਤ ਲੱਗੀ, ਲਿਆਵਾਂ ਇੱਥੇ ਪਰਚਾ ਨਾਲੇ ਛਲ ਜੈਂਟ ਹੋਰਾਂ ਨੂੰ? ਪਰ ਗੋਰਾ ਇੱਕੋ ਸਾਹ ਰਾਗ ਲਾ ਕੇ ਗੋਲ ਆਂਡਾ ਗਾ ਰਿਹਾ ਸੀ। ਕੋਈ ਨਹੀਂ, ਤੈਨੂੰ ਕੌਣ ਕਹਿੰਦਾ? ਥੰਮਣ ਦਾ ਪੋਤਾ ਪਹਿਲਾਂ ਨਾਲੋਂ ਥੋੜਾ ਝੰਬ ਗਿਆ ਸੀ, ਸ਼ਾਇਦ ਬੇਗਾਨਾ ਘਰ ਹੋਣ ਕਰਕੇ। ਮੈਨੂੰ ਕੋਈ ਕਹਿੰਦਾ ਹੋਵੇ, ਮੈਂ ਆਪਣੇ ਆਪ ਵੇਖਿਆ ਤੇਰਾ ਗੋਲ ਆਂਡਾ। ਚੰਗਾ ਫਿਰ ਗੋਲ ਆਂਡਾ ਤਾਂ। ਥੰਮਣ ਦੇ ਪੋਤੇ ਨੇ ਹਾਰ ਜਿਹੀ ਮੰਨਦਿਆਂ ਕਿਹਾ। ਫਿਰ ਡੰਡੇ ਕਿਹਦੇ ਪਏ ਸੀ? ਕਦੋਂ ਪਏ ਆ ਓਏ ਡੰਡੇ? ਗੋਰਾ ਉੱਠ ਕੇ ਉਹਨੂੰ ਚਿੰਬੜਨ ਵਾਲਾ ਹੋ ਗਿਆ ਸੀ। ਵੇ ਤੂੰ ਹਟਦਾ ਨਹੀਂ? ਮਹਿੰਦਰੋਂ ਨੇ ਗੋਰੇ ਨੂੰ ਝੜਕਿਆ। ਕਰਾਵਾਂ ਲੜਾਈ? ਉਦੋਂ ਪੜ੍ਹ ਲਿਆ ਕਰ, ਦੜਕਿਆ ਥੋੜਾ ਕਰੋ। ਪਰ ਗੋਰਾ ਤਾਂ ਥੰਮਣ ਦੇ ਪੋਤੇ ਨਾਲ ਝਾਟ ਮਚੀਟੋ ਹੋਣ ਲਈ ਤਿਆਰ ਸੀ। ਪੂਰਾ ਮਾਰ ਕੇ ਜਾਬਾ ਦਿਉ ਖੇਡ ਦੂ ਬਈ ਇਹ। ਮਾਰ ਕੇ ਤਾਂ ਵਿਖਾ। ਆਪਣੇ ਘਰ ਜੇ ਦਾ ਨਾ ਮਾਣ ਜਿਆ ਕਰ। ਸਾਡੇ ਬਾਹਰ ਮੂਹਰੇ ਆਈ। ਫੇਰ ਤੂੰ ਵੀ? ਹੁਣੇ ਹੀ ਆਵਾਂ? ਆ ਫਿਰ ਵਿਖਾਵਾਂ ਤੈਨੂੰ ਭੰਬੂ ਤਾਰੇ। ਜਾਂਦਾ ਥੰਮਣ ਦਾ ਪੋਤਾ ਮੁੜ ਮਗਰ ਨੂੰ ਝਾਕਦਾ ਬੁੜ ਕਰ ਰਿਹਾ ਸੀ। ਜਦੋਂ ਫੇਰ ਹੈ ਹੀ ਗੋਲ ਆਂਡਾ, ਫੇਰ ਤਾਂ ਜਾਣੀ ਦੀ 100 ਨੰਬਰ ਬਣ ਜੂ। ਮਹਿੰਦਰੋਂ ਨੇ ਵੱਧ ਪੈ ਰਹੇ ਗੋਰੇ ਨੂੰ ਦਬਕਾ ਮਾਰਿਆ। ਵੇ ਤੂੰ ਆਵਾਜ਼ ਨਹੀਂ ਆਉਂਦਾ ਲੜਾਈਆਂ ਵਿੱਢਣੋਂ? ਆ ਇੱਧਰ। ਜੇ ਬੰਦੇ ਦਾ ਪੁੱਤ ਐ ਤਾਂ ਕਾਲੇ ਮੂੰਹ ਵਾਲਾ ਨਾ ਹੋਵੇ। ਘਰ ਆਏ ਮੁੰਡੇ ਨਾਲ ਆਡੇ ਬੰਨ੍ਹਦਾ। ਤੂੰ ਜਾਈ ਉਹਨਾਂ ਦੇ ਘਰ, ਜੇ ਤੇਰਾ ਲੱਤਾਂ ਨਾਲ ਗੂੰ ਨਾ ਕੱਢਿਆ। ਕੌਣ ਕੱਢੂ? ਮੇਰੇ ਸਾਲੇ। ਉਹੀ ਕੱਢਣਗੇ। ਫੇਰ ਤਾਂ ਸਰਦਾ ਵੀ ਨਹੀਂ ਹੁੰਦਾ ਬੇਸ਼ਰਮ ਨੂੰ। ਹਿਣਕਦਾ ਜਾਨਾ ਹੁੰਨਾ। ਮੈਂ ਇਹਨਾਂ ਨੰਗਾਂ ਦੇ ਬੜੇਵੇਂ ਲੈਣ ਜਾਣਾ? ਤੇਰਾ ਕੋਈ ਲੇਖਾ ਹੈ ਵੱਡਾ ਰਾਠ ਦਾ? ਪਰ ਗੋਰਾ ਆਕੜਿਆ, ਲੱਤਾਂ ਚੌੜੀਆਂ ਕਰੀ ਦੋਵੇਂ ਹੱਥ ਢਾਕ ਤੇ ਧਰ ਆਪਣੀ ਮਾਂ ਵੱਲ ਪਾੜ ਖਾਣੀਆਂ ਨਜ਼ਰਾਂ ਨਾਲ ਝਾਕ ਰਿਹਾ ਸੀ। ਦੇਖ ਕਿਵੇਂ ਖੜਾ ਹੈ, ਚੱਲ ਪਾ ਪੱਠੇ। ਪਰ ਗੋਰੇ ਨੂੰ ਉਸ ਤਰ੍ਹਾਂ ਭੂਸਰੇ ਢੱਟੇ ਵਾਂਗ ਖਲੋਤਾ ਵੇਖ ਕੇ ਧਮਕੀ। ਝਾਕਦਾ ਵੇਖ ਕਿਵੇਂ ਆ? ਤੋੜ ਦੇ ਤੂੰ ਡੇਲਿਆਂ 'ਚ, ਫਲਾਉਣਾ ਨਾਸਾਂ ਜੀਆਂ, ਪਾੜ ਕੇ ਭਰਾੜ ਕਰ ਦੂੰ। ਕਿਵੇਂ ਪਾੜ ਦੇਂਗੀ ਤੂੰ? ਆਈ ਐ ਵੱਡੀ ਬਹੁਤੀ। ਮਹਿੰਦਰੋਂ ਫੇਰ ਉਹਨੂੰ ਲਾਉਣੀਆਂ ਜਈਆਂ ਦੇਣ ਲੱਗ ਪਈ। ਹੈ ਭੂਸਰੇ ਢੱਟੇ ਵਾਂਗੂ ਫੁੰਕਾਰੇ ਮਾਰਦਾ। ਜੇ ਇੰਨਾ ਜ਼ੋਰ ਪੜਨ ਤੇ ਲਾ ਲਿਆ ਕਰੇ। ਪਰ ਤੁਹਾਡੇ ਲੱਛਣ ਦੀਂਦੇ ਆ ਖਲਣੇ ਦੇ, ਲੱਛਣ ਦੀਂਦੇ ਆ ਨਾਲੇ ਹੋਰ ਕੁਛ। ਗੋਰੇ ਨੇ ਫੇਰ ਫੁੰਕਾਰਾ ਮਾਰਿਆ ਤੇ ਵਿੰਗਾ ਜਿਹਾ ਮੂੰਹ ਕਰਕੇ ਆਪਣੀ ਬੀਬੀ ਦੀ ਸਾਂਗ ਲਾਉਂਦਿਆਂ ਕਹਿਣਾ ਸ਼ੁਰੂ ਕੀਤਾ। ਮੂੰਹ ਟੱਡ ਕੇ ਕਹਿ ਦੂ, ਪੜ ਲਿਆ ਕਰ। ਪੜ ਕਿਹੜੇ ਵੇਲੇ ਲਿਆ ਕਰਾਂ? ਸਕੂਲੋਂ ਆਉਣ ਨਹੀਂ ਦਿੰਦੀ। ਪਹਿਲਾਂ ਮਸ਼ੀਨ ਮੂਹਰੇ ਜੋੜ ਲੈਣੀ ਐ। ਖੇਤੋਂ ਪੱਠੇ ਚੁਕਾ ਲਿਆ, ਕੁੜੀ ਚੱਕ ਲੈ, ਪਸ਼ੂਆਂ ਨੂੰ ਪਾਣੀ ਪਿਆ, ਉਹ ਕਰਦੇ ਆਹ ਕਰਦੇ, 1700 ਕੰਮ ਗਣਾ ਦਿੰਨੀ ਐ। ਮਹਿੰਦਰੋਂ ਨੂੰ ਆਪਣੀਆਂ ਸਾਂਗਾਂ ਭੰਨਦਾ ਬੁਰਾ ਤਾਂ ਲੱਗਿਆ, ਪਰ ਫੇਰ ਪਤਾ ਨਹੀਂ ਕਿਉਂ ਚੁੱਪ ਕਰ ਗਈ। ਇਹਨਾਂ ਕੋ ਜ਼ਰੂਰ ਆਖਿਆ, ਘੂਰਦਾ ਵੇਖ ਕਿਵੇਂ ਆ? ਘੂਰੂੰਗਾ। ਗੋਰੇ ਨੇ ਝੋਟੇ ਵਾਂਗ ਸਿਰ ਮਾਰਿਆ। ਫੇਰ ਕੁਝ ਸੋਚ ਕੇ ਟੋਕਰੀ 'ਚ ਪੱਠੇ ਪਾਉਣ ਲੱਗ ਪਿਆ। ਪਰ ਮਹਿੰਦਰੋਂ ਤਿੜਕੇ ਭਾਂਡੇ ਵਾਂਗ ਬੋਲਣ ਲੱਗ ਪਈ। ਘੂਰੂਗਾ ਬਈ ਇਹ ਵੱਡਾ ਭੀਮ। ਢੂਹੀ ਤੋਂ ਪੁਰਾਣੀ ਦੀਆਂ ਲਾਸਾਂ ਚੀਸ ਕਰਨੋਂ ਹਟ ਗਈਆਂ ਹੋਣਗੀਆਂ। ਤੂੰ ਪੱਠੇ ਪਾਉਣੇ ਪਵਾ ਲੈ, ਨਹੀਂ ਮੈਂ ਟੋਕਰੀ ਵਿਹੜੇ 'ਚ ਮਾਰੂ। ਜਦੋਂ ਉਹਨੇ ਆਪਣੀ ਮਾਂ ਵੱਲ ਆਨੇ ਕੱਢੇ, ਰਾਧਾ ਕੋ ਮਹਿੰਦਰੋਂ ਸਹਿਮ ਗਈ, ਪਰ ਬੋਲਣੋਂ ਨਹੀਂ ਹਟੀ।
ਉਦੋਂ ਹੀ ਗੁਆਂਢਣ ਫੌਜਣ ਬੀਹੀ ਵਿੱਚ ਆਪਣੇ ਮੁੰਡੇ ਨੂੰ ਆਵਾਜ਼ਾਂ ਮਾਰਦੀ ਲੰਘੀ, ਵੇ ਤੂੰ ਪੱਠੇ ਨਹੀਂ ਲਿਆਉਣੇ, ਆਥਣ ਨੂੰ ਬੁੱਕ ਨਹੀਂ ਭਾਲੇਗਾ, ਨਾਲੇ ਅੱਜ ਤੂੰ ਕਿਤਾਬ ਨੂੰ ਹੱਥ ਨਹੀਂ ਲਾਇਆ। ਪਰ ਸਾਰਜੈਂਟ ਅੱਖ ਮਟਕਾਉਂਦਾ ਕੋਡਾ ਜਿਹਾ ਹੋ ਕੇ ਦੋਵੇਂ ਹੱਥਾਂ ਨਾਲ ਉਹਦੇ ਮੂਹਰੇ ਡੋ ਕਰਦਾ ਪਿਛਲ ਖੁਰੀ ਹੀ ਚਿੜੇ ਵਾਂਗ ਟਪੂਸੀਆਂ ਜਿਹੀਆਂ ਮਾਰਨ ਲੱਗ ਪਿਆ। ਜਦੋਂ ਉਹ ਮੁੜ ਆਈ, ਮਹਿੰਦਰੋਂ ਅਜੇ ਵੀ ਬੋਲੀ ਜਾਂਦੀ ਸੀ। ਫੌਜਣ ਨੇ ਗਿੰਦਰ ਦੇ ਬਾਰ ਮੂਹਰੇ ਪੈਰ ਮਲ ਲਿਆ। ਕੁੜੇ ਤੂੰ ਹਾਰੀ ਦੀ ਤੌੜੀ ਵਾਂਗੂ ਰਿੱਝੀ ਜਾਨੀ ਐ, ਨੀ ਪੁੱਛ ਨਾ ਮਖ, ਜਾਨ ਸੂਲੀ ਤੇ ਟੰਗੀ ਪਈ ਐ, ਐਦੂ ਤਾਂ ਨਾ ਹੀ ਹੁੰਦੇ। ਫੇਰ ਤਾਂ ਭਾਈ ਸਾਧੂ ਸੰਤਾਂ ਦੇ ਡੇਰਿਆਂ 'ਚ ਧੱਕੇ ਖਾਈਦੇ ਐ। ਸੱਥ ਵੱਲ ਜਾਂਦਾ ਬਘੇਰਾ ਬੁੜਾ ਉਹਨਾਂ ਨੂੰ ਮੱਤ ਦੀ ਗੱਲ ਕਹਿ ਗਿਆ, ਸੌਰੀ ਇਹ ਜਵਾਕ ਐ, ਆਪੇ ਹੀ ਸੁਧਰ ਜਾਣਾ। ਖਾਓ ਪੀਓ ਮੌਕੇ ਗੋਰੇ ਹੋਰਾਂ ਦੇ ਪੜ੍ਹਾਈ 'ਚ ਫਾਡੀ ਰਹਿਣ ਬਾਰੇ ਗੱਲ ਛਿੜੀ। ਅੱਗੇ ਵੀ ਕਈ ਵਾਰ ਅਜਿਹੇ ਸਮੇਂ ਉਹ ਗੋਰੇ ਤੇ ਕੱਦੂ ਨੂੰ ਮਲਾਗਰ ਦੇ ਮੁੰਡੇ ਕੋਲ ਪੜ੍ਹਨ ਭੇਜ ਦਿੰਦੇ। ਸਵੇਰ ਤੋਂ ਫਿਰ ਇਹ ਕੰਮ ਚਾਲੂ ਕਰਨ ਦਾ ਮਨ ਬਣਾ ਲਿਆ। ਪਰ 4-5 ਦਿਨਾਂ ਬਾਅਦ ਗੱਡੀ ਮੁੜ ਉਸੇ ਲੀਹ ਉੱਤੇ ਆ ਜਾਂਦੀ। ਦੂਜੇ ਦਿਨ ਜਦੋਂ ਗੋਰੇ ਹੋਰੀ ਸਕੂਲੋਂ ਮੁੜੇ, ਤੀਜੇ ਪਹਿਰ ਦੀ ਕਰੀ ਹੋਈ ਚਾਹ ਨਾਲ ਉਹਨਾਂ ਦੁਪਹਿਰ ਦੀ ਬਚੀ ਬੇਹੀ ਰੋਟੀ ਦੀ ਬੁਰਕੀ ਖਾਧੀ। ਫਿਰ ਮਹਿੰਦਰੋਂ ਨੇ ਉਹਨਾਂ ਨੂੰ ਪਸ਼ੂ ਖੋਲਣ ਭੇਜ ਦਿੱਤਾ ਤੇ ਮਗਰੋਂ ਮਲਾਗਰ ਕੇ ਘਰ ਪੜਨ। ਮਹਿੰਦਰੋਂ ਆਪੇ ਰੁੱਗ ਲਾ ਕੇ ਪੱਠੇ ਕੁਤਰਨ ਲੱਗ ਪਈ। ਲਗਾਤਾਰ 2-3 ਚਰੀ ਦੇ ਭਰਵੇਂ ਰੁੱਗ ਕੁਤਰਦਿਆਂ ਉਹਦਾ ਦਮ ਉਖੜ ਗਿਆ। ਜਟੂਰੀਆਂ ਹੋਏ ਸਿਰ ਦੇ ਉਗੜੇ ਦੁਗੜੇ ਵਾਲ ਪਸੀਨੇ ਨਾਲ ਭਿੱਜ ਕੇ ਚਿਪ ਜਿਹੇ ਹੋ ਕੇ ਮੂਰੇ ਮੂੰਹ ਵਿੱਚ ਪੈਣ ਲੱਗ ਪਏ ਸਨ। ਦੋਹਾਂ ਹੱਥਾਂ ਨਾਲ ਮੱਥੇ ਤੇ ਆਏ ਵਾਲਾਂ ਨੂੰ ਘੋਟ ਕੇ ਪਿਛਾਂਹ ਕਰਦਿਆਂ ਥੱਲੇ ਹੀ ਬਹਿ ਗਈ। ਫਿਰ ਢਿੱਲੀ ਜਿਹੀ ਗੁੱਤ ਨੂੰ ਮਰੋੜਾ ਦੇ ਕੇ ਮਗਰ ਗਿੱਚੀ ਵੱਲ ਜੂੜਾ ਜਿਹਾ ਬਣਾ ਲਿਆ। ਬਿੰਦ ਕੋ ਪਸੀਨੇ ਨਾਲ ਭਿੱਜੇ ਚਿਹਰੇ ਨੂੰ ਚੁੰਨੀ ਨਾਲ ਵਾਹ ਝੱਲਦੀ ਰਹੀ। ਫਿਰ ਮੁੰਡਿਆਂ ਨੂੰ ਪੜਦਿਆਂ ਨੂੰ ਵੇਖਣ ਦਾ ਜੀ ਕਰ ਆਇਆ। ਮਲਾਗਰ ਕੀ ਦੇਹਲੀ ਟੱਪਣ ਤੋਂ ਪਹਿਲਾਂ ਅੰਦਰੋਂ ਉਹਨੂੰ ਛਣਕਵਾਂ ਹਾਸਾ ਸੁਣਿਆ। ਅੰਦਰ ਗੋਰੇ ਹੁਰੀ ਨਹੀਂ ਸਨ। ਲੈ ਵੇਖ ਲੈ, ਬੇਰੜੇ ਕੁੱਟ ਤੋਂ ਜਮਾ ਨਹੀਂ ਡਰਦੇ ਬਈ, ਕਿਵੇਂ ਡਰੀਦਾ। ਤੜਕਿਓ ਇਹਨਾਂ ਦਾ ਪਿਓ ਕੈਲੀ ਕਰਕੇ ਗਿਆ ਬਈ ਸਕੂਲੋਂ ਆ ਕੇ ਆਪਣੇ ਚਾਚੇ ਕੋਲ ਪੜ੍ਹਿਓ। ਮਲਾਗਰ ਦੀ ਘਰ ਵਾਲੀ ਆਪਣੇ ਸਾਊ ਧੀਆਂ ਪੁੱਤਾਂ ਦੀਆਂ ਗੱਲਾਂ ਕਰਨ ਲੱਗ ਪਈ। ਨੀ ਤੇਰੇ ਤਾਂ ਸਾਰੇ ਸਲੱਗ ਐ। ਮਹਿੰਦਰੋਂ ਨੇ ਹਾਸਾ ਖਿੱਚ ਕੇ ਰੋਹ ਨਾਲ ਆਖਿਆ, ਸਾਰੇ ਜਹਾਨ ਦੇ ਇਹੋ ਜਿਹੇ ਨਿਕਲ ਆਉਣ ਫੇਰ ਕਾਹਦਾ ਘੱਟ ਐ। ਇਉਂ ਬੋਲਦੀ ਉਹ ਮੁੜ ਗਈ। ਮਗਰੋਂ ਕਾਂਟਵਾ ਜਿਹਾ ਹਾਸਾ ਉੱਚਾ ਹੋ ਉੱਠਿਆ। ਸਰੀਰ ਨੂੰ ਮੁੜਕਾ ਆ ਗਿਆ, ਪਰ ਲੰਮੀ ਸੋਚ ਕੇ ਠੰਡੀ ਠਾਰ ਹੋ ਗਈ। ਬੀਹੀ ਵਿੱਚ ਆ ਕੇ ਦੇਖਿਆ, ਚੜ੍ਹਦੀ ਵਾਲੇ ਮੋੜ ਉੱਤੇ ਨਿਆਣੇ ਮਖਿਆਲ ਦੇ ਛੱਤੇ ਵਾਂਗ ਇਕੱਠੇ ਹੋਏ ਸਨ। ਗੁੱਲੀ ਡੰਡਾ ਖੇਡਦਿਆਂ ਉਹਨਾਂ ਦਾ ਧਿਆਨ ਆਉਂਦੇ ਜਾਂਦੇ ਵਿੱਚ ਨਹੀਂ ਸੀ। ਮਹਿੰਦਰੋਂ ਮਨ ਵਿੱਚ ਕੜਕੀ ਤੇ ਉਲੱਥ ਔਲਾਦ ਨੂੰ ਕੋਸਦੀ ਬੱਚਿਆਂ ਵੱਲ ਤੁਰ ਗਈ। ਗੋਰਾ ਉਹਨੂੰ ਮਿੱਟੀ ਵਿੱਚ ਗੋਰਣੀਆਂ ਲਾਈ ਬੈਠਾ ਦਿਸਿਆ ਤੇ ਮੁੱਠੀਆਂ ਭਰ ਰੇਤਾ ਉਛਾਲਦਿਆਂ ਇਹ ਕਹਿ ਰਿਹਾ ਸੀ, ਹਿੱਲੀ ਚੁੱਕੀ ਮੇਰੀ ਫੂਕਾ ਫਾਕੜੀਆਂ। ਕਿਵੇਂ ਫੂਕਾ ਫਾਕੜੀਆਂ? ਰਾਬ ਦੇ ਰਹੇ ਮੈਂਟੂ ਨੇ ਵਿੰਗਾ ਜਿਹਾ ਮੂੰਹ ਕਰਦਿਆਂ ਕਿਹਾ। ਵਾਚੀਆਂ ਪਾਉਣ ਵੇਲੇ ਆਖਿਆ ਸੀ ਪਹਿਲਾਂ, ਕਹਿਣ ਦੀ ਕੀ ਗੱਲ ਐ? ਗੋਰੇ ਨੇ ਉਸ ਵੱਲ ਆਨੇ ਕੱਢੇ। ਮੈਂ ਕਹਾਉਣੀ ਆ ਤੈਨੂੰ ਦੁਸ਼ਟਿਆ ਵਿਆ, ਤੂੰ ਮਰ ਜੇ, ਰਹਿ ਜੇ ਸੁੱਤਾ, ਤੇਰਾ ਹੋ ਜੇ ਸਿਆਪਾ। ਮੈਂ ਤਾਂ ਗੰਦੀ ਲਾਤ ਦਾ ਭਲਾ ਸੋਚਦੀ ਆ। ਮਹਿੰਦਰੋਂ ਦਾ ਕੜਕਵਾਂ ਬੋਲ ਸੁਣ ਕੇ ਗੋਰਾ ਚੰਗਿਆੜੇ ਵਾਂਗ ਬੁੜਕ ਕੇ ਉੱਠਿਆ ਤੇ ਪਰੇ ਨੂੰ ਭੱਜ ਗਿਆ। ਅਬਾ ਤਬਾ ਬੋਲਦਿਆਂ ਉਸ ਕੱਦੂ ਸਲੇਟਾਂ ਤੇ ਕਿਤਾਬਾਂ ਲਈ ਬੈਠਾ ਦੇਖਿਆ। ਗੋਰਾ ਤਾਂ ਨੱਠ ਗਿਆ, ਪਰ ਕੱਦੂ ਹੱਥ ਵਿੱਚ ਆ ਗਿਆ। ਪਹਿਲਾਂ ਉਸ ਕੱਦੂ ਦੀ ਗਿੱਚੀ ਵਿੱਚ ਇੱਕ ਟਿਕਾਈ, ਉਹ ਰੀ ਕਰਦਾ ਪਰਾਂ ਨੂੰ ਭੱਜਣ ਲੱਗਾ, ਪਰ ਮਹਿੰਦਰੋਂ ਨੇ ਬਾਹੋਂ ਫੜ ਕੇ ਮੁੱਕੀਆਂ ਤੇ ਤੱਫਿਆਂ ਨਾਲ ਉਹਦੀ ਢੂਈ ਖੜਕਾ ਸੁੱਟੀ। ਨਾਲੋਂ ਨਾਲ ਉਹ ਮੂੰਹ ਆਈਆਂ ਬੋਲੀ ਜਾਂਦੀ ਸੀ। ਕੱਦੂ ਦੀਆਂ ਲੇਰਾਂ ਨੇ ਬਾਕੀ ਬੱਚੇ ਕੰਧਾਂ ਨਾਲ ਲਾ ਦਿੱਤੇ। ਉਹ ਮੂੰਹਾਂ 'ਚ ਉਂਗਲਾਂ ਪਾਈ ਕੱਦੂ ਅਤੇ ਉਹਦੀ ਬੀਬੀ ਵੱਲ ਸਹਿਮੇ ਹੋਏ ਵੇਖ ਰਹੇ ਸਨ। ਉਸੇ ਤਰ੍ਹਾਂ ਬਾਹੋਂ ਫੜ ਕੇ ਘੜੀਸਦੀ ਘਰ ਵੱਲ ਤੁਰ ਪਈ। ਕੱਦੂ ਟੇਢਾ ਜਿਹਾ ਹੋਇਆ, ਅੱਧ ਰੋਣਾ ਜਿਹਾ ਕਰਦਾ, ਇੱਕ ਹੱਥ ਨਾਲ ਢਿਲਕਦੀ ਨੀਕਰ ਨੂੰ ਫੜੀ ਤੁਰਨ ਨਾਲੋਂ ਘਸਰ ਬਹੁਤਾ ਰਿਹਾ ਸੀ। ਸਾਹੋ ਸਾਹ ਹੁੰਦੀ ਨੇ ਕੱਦੂ ਨੂੰ ਵਿਹੜੇ ਵਿੱਚ ਲਿਆ ਸੁੱਟਿਆ। ਉਹਨੇ ਡਿੱਗਦਿਆਂ ਹੀ ਉੱਚੀ ਸਾਰੀ ਲੇਰ ਮਾਰੀ ਤੇ ਨਾਲ ਹੀ ਮਾਂ ਦੀ ਗਾਲ ਕੱਢ ਦਿੱਤੀ। ਚੌਂਤੇ ਵੱਲ ਵਧੀ ਮਹਿੰਦਰੋਂ, ਪੈਰ ਤੋਂ ਹੀ ਉਹਦੇ ਵੱਲ ਭੌਂ ਪਈ ਤੇ ਆਉਂਦਿਆਂ ਹੀ ਇੱਕ ਮੁੱਕਾ ਉਹਦੀ ਢੂਈ ਤੇ ਜੜਿਆ। ਢੂਈ ਤਪਲੇ ਵਾਂਗ ਬੋਲੀ, ਕੱਢ ਗਾਲ। ਕੱਦੂ ਮਾੜੇ ਕੁੱਤੇ ਵਾਂਗ ਜਾੜਾਂ ਜਿਹੀਆਂ ਕੱਢਦਾ ਤੇ ਮਹਿੰਦਰੋਂ ਦੇ ਚੁੱਕੇ ਲਫੇੜੇ ਤੋਂ ਡਰਦਾ ਪਿਛਾਂਹ ਝੁਕਿਆ ਵੀ ਰੋਈ ਜਾ ਰਿਹਾ ਸੀ। ਫੇਰ ਕੱਢ ਖਾਂ ਗਾਲ, ਤੈਨੂੰ ਤਾਂ ਲੋਟ ਕਰਾਂ। ਜਾ ਵੱਡੇ ਨਾ ਹੋਣ ਤਾਂ ਮੈਂ ਤਾਂ ਉਦੋਂ ਦੀ ਮਸ਼ੀਨ ਮੂਹਰੇ ਲਟਕਦੀ ਆਂ। ਤੁਹਾਨੂੰ ਲੱਗ ਜੇ ਤੁਹਾਨੂੰ ਅੱਗ ਇਹੋ ਜਿਹਿਆਂ ਨੂੰ। ਤੁਸੀਂ ਖੇਡਣ ਜਾ ਲੱਗੇ। ਚੁੱਲ੍ਹੇ ਮੂਹਰੇ ਭਾਂਡੇ ਇਕੱਠੇ ਕਰਦਿਆਂ ਉਹ ਤਿੜਕੇ ਭਾਂਡੇ ਵਾਂਗ ਬੋਲਦੀ ਰਹੀ। ਫੇਰ ਜਦੋਂ ਉਹਨੇ ਕੱਦੂ ਵੱਲੋਂ ਪਿੱਠ ਭਵਾਈ ਤਾਂ ਉਹ ਨੀਕਰ ਨੂੰ ਇੱਕ ਹੱਥ ਪਾਈ 2-3 ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਬਾਹਰ ਨੂੰ ਦੌੜ ਗਿਆ। ਉੱਠ ਕੇ ਮਗਰ ਭੱਜੀ ਵੀ, ਪਰ ਉਹ ਥੰਮਣ ਦਾ ਬਾਰ ਟੱਪ ਗਿਆ ਸੀ। ਸੁਰਕੜੇ ਮਾਰਦਾ ਤੇ ਬਿੱਲੀਆਂ ਵਾਂਗ ਮੂੰਹ ਕਰੀ ਜਾਂਦੇ ਕੱਦੂ ਤੇ ਉਸ ਨੂੰ ਹਾਸਾ ਆਇਆ। ਹੱਥ ਨੇ ਕਿਹੜੀ ਮਾਂ ਕੋਲ ਜਾਏਗਾ?
ਉਦੋਂ ਭੰਨੂ ਤੇਰਾ ਢੂਹਾ। ਕਿਉਂ? ਮਗਰ ਆਉਂਦੀ ਸਾਧੂ ਦੀ ਮਾਂ ਨੇ ਹਾਸੇ ਨਾਲ ਪੁੱਛਿਆ। ਜੱਟ ਕੀ ਕਟਕੀ ਆਪ ਦਾ ਰੰਗ ਵਿਖਾਉਂਦੀ ਐ ਫਿਰ? ਨੀ ਕਾਹਦਾ? ਅੰਮਾ ਜੀ ਜਾਨ ਖਾ ਲੈਂਦੇ ਆ, ਅਜੇ ਤਾਂ ਹੈ ਭੋਰਾ ਭੋਰਾ, ਮਾੜੇ ਜੇ ਉਸਰ ਲੈਣ ਦੇ, ਫੇਰ ਆਪਦੀ ਸੱਸ ਵਾਂਗੂ ਵੇਖੀ। ਸਾਰਿਆਂ ਦੇ ਇਹੋ ਜਿਹੇ ਐ ਅੰਮਾ ਜੀ, ਸਾਰੇ ਜੱਗ ਤੇ ਹੀ ਐ। ਮਹਿੰਦਰੋਂ ਨੂੰ ਕਿਰਲੀ ਵਰਗੀ ਬੁੜੀ ਬੁਰੀ ਲੱਗੀ, ਪਰ ਥੋੜਿਆਂ ਤੋਂ ਸਾਰੇ ਹੇਠਾਂ ਪੁੱਜ ਕੇ ਅਵੱਲੇ ਪਹਿਲੇ ਦਿਨੀ ਗਿੰਦਰ ਵੀ ਗਾਲਾਂ ਤੋਂ ਬਿਨਾਂ ਮੂੰਹ ਨਹੀਂ ਸੀ ਖੋਲਦਾ। ਸੋਈ ਤੂੰ ਆਪਦੇ ਵੇਖ ਲੈਣੀ, ਇਹ ਤਾਂ ਰਵਾ ਹੀ ਇਹੋ ਜਿਹਾ। ਸਾਧੂ ਦੀ ਬੇਬੇ ਤੁਰੀ ਜਾਂਦੀ ਹੀ ਕਈ ਗੱਲਾਂ ਕਰ ਗਈ। ਮਹਿੰਦਰੋ ਦੇ ਚਿੱਤ ਵਿੱਚ ਆਈ, ਮਲਕ ਮਲਕ ਤੁਰੀ ਜਾਂਦੀ ਬੁੜੀ ਦੇ ਚੁੱਕ ਕੇ ਸਿਰ ਵਿੱਚ ਇੱਟ ਮਾਰੀ। ਯੱਦੀ ਹੋਈ ਐ ਰਵੇ ਦੀ, ਆਪ ਦਾ ਨਹੀਂ ਪਤਾ, ਕੁੜੀਆਂ ਵੇਚ ਕੇ ਘਰ ਬਣਾ ਲੇ, ਹੁਣ ਚੌਧਰਾਣੀ ਬਣੀ ਫਿਰਦੀ ਐ ਕੁੱਤੀ ਚਮਿਆਰੀ। ਵਾਹਵਾ ਚਿਰ ਖੜੋਤੀ ਰਿੱਝਦੀ ਰਹੀ, ਫੇਰ ਖਿਲਰਿਆ ਕੰਮ ਵੇਖ ਕੇ ਅੰਦਰ ਧੰਦੇ ਲੱਗ ਗਈ। ਕੰਮ ਕਰਦੀ ਵੀ ਕਿਰੜ ਕਿਰੜ ਕਰਦੀ ਰਹੀ। ਮਾੜੀ ਤਾਂ ਆਪਦੀ ਔਲਾਦ ਐ, ਕਿਸੇ ਦੇ ਕੀ ਸਾਰੇ ਐ। ਲੋਕਾਂ ਦੇ ਰਤੀ ਰਤੀ ਬਤਾਏ ਨਹੀਂ ਜਾਂਦੇ। ਖਬਰਾਂ ਸਾਡਿਆਂ ਨੂੰ ਕੀ ਪੁੱਠੀ ਪਸਟੀ ਪਈ ਐ। ਘੰਟੇ ਕੋ ਮਗਰੋਂ ਗੋਰਾ ਕੌਲੇ ਨਾਲ ਆ ਚਿੰਬੜਿਆ। ਕੰਮ ਵਿੱਚ ਉਲਝੀ ਮਹਿੰਦਰੋ ਨੂੰ ਉਹਦੀ ਬਿੜਕ ਨਾ ਲੱਗੀ। ਬਾਪੂ ਦੇ ਛਿੱਤਰਾਂ ਤੋਂ ਡਰਦਾ ਹੀ ਉਹ ਘਰ ਵੜਿਆ ਸੀ। ਉਹਨੂੰ ਇਹ ਪਤਾ ਸੀ ਬੀਬੀ ਪੜਨ ਜਾਂ ਪੱਠੇ ਕੁਤਰਨ ਨੂੰ ਕਹੂ, ਤੇ ਉਹਨੂੰ ਇਹ ਦੋਵੇਂ ਕੰਮ ਅੱਕੋਂ ਕੌੜੇ ਲੱਗਦੇ ਸਨ। ਪਰ ਜੇ ਬਾਹਰ ਖੇਡਦਾ ਰਿਹਾ, ਆਥਣੇ ਸੋਟੀਆਂ ਦੀ ਮਾਰ ਵੀ ਉਹ ਤੋਂ ਝੱਲੀ ਨਹੀਂ ਸੀ ਜਾਣੀ। ਗੋਰੇ ਨੇ ਮਾੜੀ ਜਿਹੀ ਧੌਣ ਵਧਾ ਕੇ ਬਾਹਰ ਮੂੰਹ ਕੱਢਦਿਆਂ ਚਟਕਾਰੀ ਮਾਰੀ। ਉਹਦੀ ਬੀਬੀ ਆਪਣੇ ਸਹਿਜ 'ਚ ਭਾਂਡੇ ਮਾਂਜਦੀ ਰਹੀ। ਗੋਰੇ ਨੇ 2-3 ਵਾਰੀ ਜੀਭ ਨਾਲ ਚਿੱਟ ਚਿੱਟ ਕੀਤਾ, ਫੇਰ ਉੱਚੀ ਦੇ ਕੇ ਕੁਟੀਲੋ ਆਖਿਆ ਤਾਂ ਮਹਿੰਦਰੋ ਛੇਤੀ ਦੇ ਕੇ ਮਗਰ ਭੌਂ ਕੇ ਝਾਕੀ। ਉਸਨੇ ਗੋਰੇ ਦਾ ਸਿਰ ਵੇਖ ਲਿਆ ਸੀ। ਇੱਧਰ ਆ ਕੇਰਾਂ ਤੂੰ, ਤੈਨੂੰ ਮੈਂ ਦੇਨੀ ਆ ਦੱਖੂ ਦਾਣਾ। ਔਂਤਾ ਭੇਜਿਆ ਤਾਂ ਤੈਨੂੰ ਪੜਨ ਨੂੰ, ਤੇ ਖੇਡੇ ਤੂੰ ਗੁੱਲੀ ਡੰਡਾ। ਗਿਆ ਸੀ, ਚਾਚਾ ਤਾਂ ਘਰੇ ਨਹੀਂ ਸੀ, ਤੂੰ ਕੁਛ ਨਾ ਭਾਲ, ਮੈਂ ਤੱਤੇ ਤੱਤੇ ਗੁਲਗੁਲੇ ਭਾਲਦਾ। ਤੇ ਨਾਲ ਹੀ ਮਹਿੰਦਰੋ ਨੂੰ ਗੋਰੇ ਦੀ ਹਾਸੀ ਵੀ ਸੁਣੀ। ਹਜੇ ਬਸ਼ਰਮ ਦੰਦੀਆਂ ਕੱਢਦਾ, ਹੁਣ ਆ ਗਿਆ। ਪਤੰਦਰ ਤੋਂ ਡਰ ਵੀ ਲੱਗਦਾ ਬਈ ਢੂਆ ਟੁੱਟੂ ਫੇਰ। ਮੈਂ ਕੀ ਆਖਿਆ, ਟੁੱਟੂ ਫੇਰ ਢੂਆ? ਗੋਰੇ ਖੁਰਚਣੇ ਤੇ ਚਿਮਟੇ ਨਾਲ ਖੇਡਦੀ ਕੁੜੀ ਐਵੇਂ ਹੀ ਚੁੱਕ ਲਈ। ਉਹ ਡੁਸਕਣ ਲੱਗ ਪਈ। ਕਿਉਂ ਇਹਨੂੰ ਪਤੰਦਰਨੀ ਨੂੰ ਰਵਾਉਣਾ? ਜਦੋਂ ਚੱਕਣ ਦਾ ਮੌਕਾ ਹੁੰਦਾ ਉਦੋਂ ਊਂ ਸੱਪ ਲੜਦਾ। ਲੈ ਨਹੀਂ ਚੱਕਦਾ। ਗੋਰੇ ਨੇ ਇੱਕ ਤਰ੍ਹਾਂ ਕੁੜੀ ਭੁੰਜੇ ਸੁੱਟ ਦਿੱਤੀ। ਜਦੋਂ ਚੱਕੀ ਦੀ ਐ ਉਦੋਂ ਕਹੂ ਕਿਉਂ ਚੱਕੀ, ਨਾ ਚੱਕੀਏ ਉਦੋਂ ਫੇਰ ਬੁੜਕਦੀ ਹੁੰਨੀ ਐ ਦਾਣੇ ਵਾਂਗੂ। ਮੈਂ ਤੈਨੂੰ ਭੁੱਲੀ ਐ ਸਲੱਗ ਪੁੱਤ, ਤੂੰ ਜਮਾ ਨਹੀਂ ਕਹਿਣੇ ਤੋਂ ਬਾਹਰ ਜਾਂਦਾ। ਤੂੰ ਤਾਂ ਹੱਗਣ ਵੀ ਪੁੱਛ ਕੇ ਜਾਂਦਾ। ਕਰਤੀ ਵੀ ਗੱਲ ਕਰਨ ਪਈ ਸੀ। ਕੋਈ ਹੱਗਣ ਵੀ ਪੁੱਛ ਕੇ ਜਾਂਦਾ ਹੁੰਦਾ ਹੈ ਹੀ ਸ਼ੱਕ ਤੇ, ਬੜੀ ਵਧੀਆ ਗੱਲ ਹੈ। ਤੇ ਫਿਰ ਗੋਰਾ ਵਿਹੜੇ ਵਿੱਚ ਇੱਧਰ ਉੱਧਰ ਗੇੜੇ ਦੇਣ ਲੱਗ ਪਿਆ। ਮਹਿੰਦਰੋ ਅਜੇ ਵੀ ਬੋਲੀ ਜਾਂਦੀ ਸੀ, ਪਰ ਉਸ ਕੇਸਲ ਵੱਟ ਛੱਡਿਆ। ਨਲਕੇ ਦੇ ਲਾਗੇ ਢਾਇਆ ਜਿਹਾ ਕੁੱਕੜਾਂ ਦਾ ਖੁੱਡਾ ਸੀ। ਉਹਦੀ ਇੱਕ ਤਖਤੀ ਪਤਾ ਨਹੀਂ ਕਿੱਧਰੇ ਗੁੰਮ ਹੋ ਗਈ ਸੀ, ਪਰ ਦੂਜੀ ਜਿਸ ਦੀ ਹੇਠਾਂ ਚੂਲ ਟੁੱਟੀ ਹੋਈ ਸੀ ਉਹ ਖੁੱਡੇ ਦੇ ਅੰਦਰ ਬਾਹਰ ਫਸੀ ਹੋਈ ਸੀ। ਪਹਿਲਾਂ ਗੋਰੇ ਨੇ ਤਖਤੀ ਬਾਹਰ ਕੱਢੀ ਤੇ ਫੇਰ ਉਹਨੂੰ ਚੰਗੇ ਮਿਸਤਰੀ ਵਾਂਗ 2-3 ਵਾਰ ਉਲਟਾ ਪੁਲਟਾ ਕੇ ਵੇਖਿਆ। ਫੇਰ ਤਖਤੀ ਉਸ ਖੁੱਡੇ ਦੀ ਛੱਤ ਉੱਤੇ ਰੱਖ ਦਿੱਤੀ। ਛੱਤ ਵਿੱਚ 2-3 ਖੱਡਾਂ ਬਣੀਆਂ ਹੋਈਆਂ ਸਨ ਤੇ ਵਿੱਚੋਂ ਕੁਝ ਉਤਲੇ ਪਾਸੇ ਛੱਤ ਉੱਤੇ ਅਤੇ ਕੁਝ ਹੇਠਾਂ ਪੁਰਾਣਾ ਸਰਵਾੜ ਲਮਕ ਰਿਹਾ ਸੀ। ਖੁੱਡੇ ਦੇ ਮੂਹਰੇ ਬੈਠ ਕੇ ਨਿੱਕੇ ਜਿਹੇ ਬਾਰ ਵਿੱਚ ਦੀ ਆਪਣਾ ਸਿਰ ਅੰਦਰ ਕਰਕੇ ਕਿੰਨਾ ਚਿਰ ਉਹਦੇ ਅੰਦਰੋਂ ਖੁੱਡੇ ਨੂੰ ਪੜਤਾਲਦਾ ਰਿਹਾ। ਵੇ ਤੂੰ ਕੱਢਦਾ ਕਿ ਨਹੀਂ ਬਾਹਰ ਸਿਰ? ਟੁੱਟ ਜਾਣਿਆ, ਕਸੂਤਰਾ ਥਾਂ ਐ, 20 ਸੱਪ ਸਲੂਤੀਆਂ ਹੁੰਦੀਆਂ। ਕਿਉਂ ਤੂੰ ਹਰ ਵਕਤ ਦੁੱਖ ਦੇਣ ਤੇ ਹੀ ਲੱਕ ਬੰਨ ਲਿਆ? ਗੋਰੇ ਨੇ ਖੁੱਡੇ ਦੇ ਅੰਦਰੋਂ ਹੀ ਕਿਹਾ, ਸੱਪ ਇਹਦੇ 'ਚ ਕਿੱਥੋਂ ਆ ਜਾਣਗੇ, ਨਾਲੇ ਅੱਗੇ ਕੁੱਕੜ ਆਪਣੇ ਇਹਦੇ 'ਚ ਰਹੇ ਐ। ਤੇ ਫੇਰ ਉਹ ਸਿਰ ਬਾਹਰ ਕੱਢ ਲਿਆ ਤੇ ਕਬੀਲਦਾਰ ਜਿਹੀਆਂ ਗੱਲਾਂ ਕਰਦਾ ਆਪਣੀ ਬੀਬੀ ਵੱਲ ਹੋ ਗਿਆ। ਹੈ ਨਾ ਬੀਬੀਏ, ਕਾਲੀ ਕੁੱਕੜੀ ਤੇ ਚਿਤਲਾ ਕੁੱਕੜ ਬੜੇ ਸੋਹਣੇ ਸੀ, ਬੜੇ ਆਂਡੇ ਦਿੰਦੇ ਸੀ। ਉਹਦੀ ਮਾਂ ਕੁਝ ਨਾ ਬੋਲੀ, ਪਰ ਗੋਰਾ ਵਾਹਵਾ ਚਿਰ ਸਲਾਹਾਂ ਕਰਦਾ ਰਿਹਾ। ਬੀਬੀਏ, ਮੈਂ ਖੁੱਡੇ ਨੂੰ ਸੂਤ ਕਰ ਲਾਂ? ਬੇਬੇ ਮੈਨੂੰ ਕਹਿੰਦੀ ਸੀ ਤੂੰ ਲਾਲ ਕੁਕੜੀ ਲੈ ਜੀ। ਐਤਕੀ ਮਹਿੰਦਰੋ ਛੇਤੀ ਦੇ ਕੇ ਬੋਲੀ। ਕਿੱਥੇ ਮਿਲੀ ਸੀ ਤੈਨੂੰ ਬੁੜੀ? ਰੂੜੀਆਂ 'ਚ ਮਿਲੀ ਸੀ। ਘਰੇ ਗਿਆ ਹੋਏਗਾ, ਤੈਨੂੰ ਮੈਂ 100 ਵਾਰੀ ਆਖਿਆ ਨਹੀਂ ਜਾਣਾ ਬੁੜੀ ਕੇ। ਉਹਨੇ ਸਾਡੇ ਨਾਲ ਭਲੀਆਂ ਕੀਤੀਆਂ, ਟਾਹਣੀਆਂ ਨਾਲ ਦੋਸਤੀ ਤੇ ਮੁੱਢ ਨਾਲ ਵੈਰ। ਜੇ ਫੇਰ ਗਿਆ ਕਾਲੇ ਮੂੰਹ ਵਾਲੀ ਦੇ ਹੱਡੀਆਂ ਤੋੜ ਦੂੰ ਤੇਰੀਆਂ। ਪਰ ਕੁਕੜੀ ਤਾਂ ਉਹ ਆਪ ਕਹਿੰਦੀ ਸੀ ਬਈ ਲੈ ਜੀ। ਨਾ ਹੋਰ ਪਿੰਡ 'ਚ ਕੁਕੜੀਆਂ ਮੁੱਕ ਗਈਆਂ? ਜਾਣਦਾ ਰਿਹਾ ਜੇ ਤੂੰ ਬੁੜੀ ਨੂੰ ਰਾਹ ਖਹਿੜੇ ਬੁਲਾਇਆ। ਉਦੋਂ ਤਾਂ ਮਿੰਨਤਾਂ ਕਰਦੀ ਸੀ ਬਈ ਕਿਸੇ ਮਿੱਟੀ ਦੀ ਨੂੰਹ ਬਣ ਕੇ ਆ ਜੇ। ਮਗਰੋਂ ਰੜੇ ਕੱਢ ਕੇ ਬਿਠਾਤੇ, ਰੜੇ ਕੱਢ ਕੇ ਨਹੀਂ ਬਿਠਾਤੇ। ਚੱਲ ਅੱਛਾ, ਮੇਰਾ ਵੀ ਸਬਰ ਹੈ। ਮੈਂ ਤਾਂ ਦੋਹੀ ਵੇਲੀ ਇਹੋ ਦੁਰਸੀਸ ਦਿੰਨੀ ਐ ਬਈ ਮੇਰੇ ਨਾਲ ਕਰਨ ਵਾਲੀਏ ਤੂੰ ਵੀ ਸਜਾਈ ਭੁਗਤੇ। ਗੋਰਾ ਆਪਣੀ ਬੀਬੀ ਦੇ ਮੂੰਹ ਵੱਲ ਟਿਕ ਟਿਕੀ ਲਾ ਕੇ ਵੇਖਦਾ ਰਿਹਾ। ਹੁਣ ਕੁਕੜੀਆਂ ਨਾਲ ਤਾਂ ਉਹ ਸਾਡੇ ਵੇਲੇ ਪੂਰੇ ਕਰੂਗੀ,
ਉਦੋਂ ਨਾ ਕੁਛ ਸੋਚਿਆ ਬੱਲੇ ਮੱਥੇ ਵਾਲੀ ਨੇ। ਪਤਾ ਨਹੀਂ ਕਿਹੋ ਜਿਹੀ ਮੁੰਨੜੀ ਖੁੱਥੜੀ ਦੀ ਜੜੀ ਐ, ਜਮਾਂ ਕਿਹੜਾ ਭਾਉਂਦੀ ਐ। ਪੁੱਤਾਂ ਦਾ ਵੱਗ ਜੰਮ ਲਿਆ, ਇਹਨਾਂ ਕੰਜਰਾਂ ਨੂੰ ਵਿਆਹ ਵੀ ਫੂਕ ਵੀ। ਵਿਆਹਣ ਨੂੰ ਇਹਨਾਂ ਨੂੰ ਜਾਣੀ ਆਲੂ ਵਾਲੀ ਇਹਦੀ ਧੀ ਦੇ ਡੋਲੇ ਆਉਂਦੇ ਆ। ਇਹ ਖਮਣੀ ਮੇਰੇ ਪਿਓ ਦੇ ਸਿਰ ਕੀ ਸੁਆਹ ਪੈ ਗਈ। ਪਰ ਉਹਨੂੰ ਦਰਵੇਸ਼ ਨੂੰ ਕਿਹਨੇ ਪੁੱਛਿਆ? ਸੱਪ ਤਾਂ ਲੜਿਆ ਉੱਜੜ ਜਾਣੇ ਚਾਚੇ ਦੇ। ਉਹਨੇ ਕੁੱਤੀ ਕਮਜਾਤ ਭੂਆ ਦੇ ਹੱਥ ਤੇ ਚੜਾ ਲਿਆ। ਹੁਣ ਕਿਤੇ ਜਾ ਵੱਡੀ ਨੇ ਭੁੱਲ ਕੇ ਬੱਤੀ ਵੀ ਨਹੀਂ ਵਾਈ। ਗੋਰੇ ਨੂੰ ਕੋਈ ਸਮਝ ਨਾ ਲੱਗੀ ਉਸਦੀ ਬੀਬੀ ਕੀ ਬੋਲੀ ਜਾਂਦੀ ਸੀ, ਪਰ ਇੰਨਾ ਉਸ ਨੂੰ ਜ਼ਰੂਰ ਪਤਾ ਸੀ ਇਹ ਗੱਲਾਂ ਹਰਖ ਵਾਲੀਆਂ ਹਨ। ਵਿਹੜੇ ਵਿੱਚ ਸੁੰਨ ਵੱਟਾ ਜਿਹਾ ਬਣਿਆ ਖਲੋਤਾ ਰਿਹਾ, ਪਰ ਫੇਰ ਖੁੱਡੇ ਅੰਦਰ ਗੰਦਮੰਦ ਹੁੰਝਣ ਲੱਗ ਪਿਆ। ਮਹਿੰਦਰੋ ਨੇ ਉਹਨੂੰ ਫੇਰ ਵਰਜਿਆ। ਪਹਿਲਾਂ ਤਾਂ ਉਹ ਲੱਗਾ ਰਿਹਾ, ਫੇਰ ਉੱਥੋਂ ਹਟ ਕੇ ਦਲਾਨ 'ਚ ਆ ਕੇ ਕੁਤਰੇ ਹੋਏ ਪੱਠੇ ਇਕੱਠੇ ਕਰਨ ਲੱਗ ਪਿਆ। ਬੀਬੀਏ, ਪੱਠੇ ਪਾਤੇ ਕਿ ਪਾਉਣੇ ਆ? ਪਾਏ ਵੇ ਐ। ਚੰਗਾ ਫਿਰ ਮੈਂ ਬਿੰਦ ਠਹਿਰ ਕੇ ਪਾ ਦੂੰ, ਗੋਰੇ ਨੇ ਸਿਆਣਾ ਜਿਹਾ ਬਣਦਿਆਂ ਆਖਿਆ। ਪਰ ਮਹਿੰਦਰੋ ਨੇ ਉੱਤਰ ਨਹੀਂ ਦਿੱਤਾ। ਮਹਿੰਦਰੋ ਅਜੇ ਵੀ ਤੜਕੇ ਭਾਂਡੇ ਵਾਂਗ ਬੋਲਦੀ ਜਾਂਦੀ ਸੀ ਤੇ ਗੋਰਾ ਪਹਿਲਾਂ ਦਲਾਨ ਵਿੱਚ ਐਵੇਂ ਬੇਮਤਲਬ ਜਿਹੇ ਗੇੜੇ ਕੱਢਦਾ ਫਿਰ ਰਿਹਾ ਸੀ। ਫੇਰ ਮੂੰਹ ਵਿੱਚ ਕੋਈ ਗੀਤ ਜਿਹਾ ਗੁਣਗੁਣਾਉਂਦਾ ਪੈਰ ਜਿਹੇ ਮਾਰਦਾ ਵਿਹੜੇ ਵਿੱਚ ਆ ਗਿਆ। ਬਿੰਦ ਝੱਟ ਇੱਧਰ ਉੱਧਰ ਇੱਕ ਹੱਥ ਗੀਜੇ ਵਿੱਚ ਪਾਈ ਪਾਉਂਦਾ ਰਿਹਾ। ਹੈਂ ਬੀਬੀ, ਕੁਕੜੀ ਫੇਰ ਆਪਾਂ ਕਿਤੋਂ ਲਿਆਵਾਂਗੇ? ਲੈ ਆਵਾਂਗੇ। ਮਹਿੰਦਰੋ ਦੀ ਆਵਾਜ਼ ਰਤਾ ਕੋ ਕਰਖਤ ਸੀ। ਪਰ ਬੇਬੇ ਤਾਂ ਕਹਿੰਦੀ ਸੀ ਤੂੰ ਮੁਖਤ 'ਚ ਹੀ ਲੈ ਜੀ। ਫੇਰ ਬੇਬੇ, ਤੈਨੂੰ ਆਖਿਆ ਬਈ ਨਹੀਂ ਬੁੜੀ ਦਾ ਨਾਂ ਲੈਣਾ। ਵੱਢ ਦੂੰ ਜੇ ਮੁੜ ਕੇ ਉਹਦਾ ਬੱਲੇ ਮੱਥੇ ਵਾਲੀ ਦਾ ਨਾਂ ਲਿਆ ਤਾਂ। ਪਰ ਜਦੋਂ ਗੋਰੇ ਨੇ ਇੱਕ ਦੋ ਵਾਰ ਫੇਰ ਆਪਣੀ ਗੱਲ ਦੁਹਰਾਈ ਤਾਂ ਮਹਿੰਦਰੋ ਉਹਨੂੰ ਝਈ ਲੈ ਪਈ। ਇੱਕੋ ਗੱਲ ਦੇ ਮਗਰ ਨਾ ਪਿਆ ਕਰ, ਰਵਿੱਧ ਪੈ ਜਾਣਾ। ਲੈ ਆਵਾਂਗੇ ਕੁਕੜੀ। ਬੁੜੀ ਦੀ ਕੁਕੜੀ ਮਿੱਠੀ ਨਹੀਂ ਬਈ ਸਿਉਣੇ ਦੇ ਆਂਡੇ ਦਿਓ। ਜਦੋਂ ਮਹਿੰਦਰੋ ਨੇ ਕਰੜਿਆ ਹੋ ਕੇ ਇਹ ਗੱਲ ਆਖੀ ਤਾਂ ਗੋਰਾ ਸਹਿਮ ਗਿਆ, ਪਰ ਮੁਰਗੀਆਂ ਖਰੀਦਣ ਦਾ ਖਿਆਲ ਉਹਦੇ ਚਿੱਤੋਂ ਨਹੀਂ ਟਲਿਆ। ਵਿਹੜੇ ਵਿੱਚ ਪਈ ਮੰਜੀ ਤੇ ਇਉਂ ਲੰਮਾ ਪੈ ਗਿਆ ਜਿਵੇਂ ਬਹੁਤਾ ਹੀ ਥੱਕਿਆ ਹੰਭਿਆ ਹੋਵੇ। ਫੇਰ ਪਤਾ ਨਹੀਂ ਮਨ ਵਿੱਚ ਕੀ ਆਇਆ, ਮੰਜੀ ਤੋਂ ਉੱਠ ਕੇ ਢਾਰੇ ਵਰਗੀ ਰਸੋਈ ਵਿੱਚ ਵੜ ਗਿਆ। ਖੱਬੇ ਹੱਥ ਨਾਲ ਉਸ ਆਲੇ ਦੀ ਤਾਕੀ ਖਿੱਚ ਲਈ, ਸੱਜੇ ਨਾਲ ਉਸ ਰੋਟੀਆਂ ਵਾਲੇ ਛਾਬੇ 'ਚ ਹੱਥ ਮਾਰਿਆ। ਉਹ ਖਾਲੀ ਸੀ। ਬੀਬੀ, ਇਹ ਕੋਈ ਰੋਟੀ ਨਹੀਂ ਹੈ? ਨਹੀਂ, ਹੁਣੇ ਤਾਂ ਝੁਲਸ ਕੇ ਹਟਿਆ। ਮੈਨੂੰ ਭੁੱਖ ਲੱਗੀ ਐ। ਫਿਰ ਭੁੱਖ ਲੱਗੀ ਐ ਤਾਂ ਨਹੀਂ ਸਰਦਾ, ਖੂਹ 'ਚ ਛਾਲ ਮਾਰ। ਗੋਰਾ ਕਸਮੇੜੇ ਜਿਹੇ ਲੈਂਦਾ ਔਖਾ ਜਿਹਾ ਹੋਇਆ, ਚੂੰ ਚੂੰ ਕਰਦਾ ਧੱਪ ਧੱਪ ਪੈਰ ਮਾਰਨ ਲੱਗ ਪਿਆ। ਪਰ ਮਹਿੰਦਰੋ ਨੇ ਉਹਦੇ ਇਸ ਵਿਰੋਧ ਨੂੰ ਕੱਖ ਨਾ ਗੌਲਿਆ। ਬਿੰਦ ਕੋ ਪਿੱਛੋਂ ਗੋਰਾ ਅੰਦਰਲੀ ਸਭਾਤ ਵਿੱਚ ਵੜ ਗਿਆ। ਸੰਦੂਕ ਹੇਠੋਂ ਗੁੜ ਵਾਲਾ ਤੌੜਾ ਖਿੱਚ ਕੇ ਵਿੱਚੋਂ ਗੁੜ ਦਾ ਡਲਾ ਕੱਢ ਲਿਆ। ਵੱਟੇ ਨਾਲ ਗੁੜ ਭੁੰਜੇ ਹੀ ਰੱਖ ਕੇ ਭੰਨਣ ਲੱਗ ਪਿਆ। ਵੇ ਅੰਦਰ ਕੀ ਠੱਕ ਠੱਕ ਕਰਨ ਲੱਗ ਪਿਆ। ਪਰ ਗੋਰੇ ਨੇ ਜਵਾਬ ਨਾ ਦਿੱਤਾ। ਉਹ ਆਪਣੇ ਕੰਮ ਵਿੱਚ ਲੱਗਾ ਰਿਹਾ। ਮਹਿੰਦਰੋ ਨੇ ਫੇਰ ਲਲਕਾਰਾ ਮਾਰਿਆ, ਆਵਾਂ ਫਿਰ? ਉਦੋਂ ਹੀ ਗੋਰਾ ਬਾਹਰ ਆ ਗਿਆ। ਮਹਿੰਦਰੋ ਉਸ ਵੱਲ ਝਾਕੀ। ਗੋਰਾ ਆਪਣੀ ਮਾਂ ਨੂੰ ਕੁਝ ਆਖ ਰਿਹਾ ਸੀ, ਪਰ ਮੂੰਹ ਵਿੱਚ ਗੁੜ ਚ ਬੋਲਦਿਆਂ ਆਖਿਆ, ਪਰ ਪੂਰਾ ਸਾਫ਼ ਨਹੀਂ ਸੁਣਦਾ ਸੀ। ਸਾਰੀ ਦਿਹਾੜੀ ਬੋਬੇ ਦੀ ਉਹ ਅੱਗ ਲੱਗੀ ਰਹੂ। ਚਾਹ 'ਚ ਤੇਰੇ ਪਿਓ ਦਾ ਸਿਰ ਪਾਉਂ, ਇੰਨਾ ਤਾਂ ਪਿਆ। ਉਵੇਂ ਭਰੇ ਭਰਾਏ ਮੂੰਹ ਨੂੰ ਖੋਲਦਿਆਂ ਗੋਰਾ ਨਲਕੇ ਵੱਲ ਵਧਿਆ। ਛੇਤੀ ਦੇ ਕੇ ਪੰਪ ਘੇੜ ਕੇ ਮੂੰਹ ਨਾਲ ਹੀ ਆਪ ਦਾ ਮੂੰਹ ਜੋੜ ਕੇ ਪਾਣੀ ਪੀਣ ਲੱਗ ਪਿਆ। ਪਾਣੀ ਪੀ ਕੇ ਫੇਰ ਬੋਲਿਆ, ਭੋਰਾ ਡਲੀ ਲਈ ਐ, ਉਹ ਵੀ ਨਹੀਂ ਜਰਦੇ ਓਏ। ਝੱਗੇ ਦੇ ਮੂਰਲੇ ਪੱਲੜ ਨਾਲ ਮੂੰਹ ਪੁੰਝਦਿਆਂ ਗੋਰਾ ਬਾਹਰ ਨੂੰ ਤੁਰ ਪਿਆ। ਕਿਉਂ, ਹੁਣ ਕਿੱਧਰ ਨੂੰ ਮੂੰਹ ਚੱਕ ਲਿਆ? ਇੱਥੇ ਹੀ ਆ, ਮੂੰਹ ਚੱਕ ਲਿਆ। ਪਸ਼ੂਆਂ ਨੂੰ ਪਾਣੀ ਪਿਆ, ਭੱਜ ਲੇਗਾ ਬਾਹਰ ਨੂੰ। ਪਿਆ ਦਿੰਨਾ। ਬਿੰਦ ਕੋ ਠਹਿਰ ਕੇ ਐਡੀ ਛੇਤੀ ਜਾਣੀ ਨੇਰੀ ਆਉਂਦੀ ਐ? ਮੈਂ ਤੇਰੀਆਂ ਚਾਲਾਂ ਨੂੰ ਭੁੱਲੀ ਨਹੀਂ। ਪਸ਼ੂ ਖੋਲ ਕੇ ਪਾਣੀ ਤੇ ਲਾ ਦੇ ਬੰਦੇ ਦਾ ਪੁੱਤ ਬਣ ਕੇ। ਓਏ ਲਾਉਣਾ ਐ, ਗੋਰੇ ਨੇ ਮੂੰਹ ਵਿਗਾੜ ਕੇ ਆਖਿਆ। ਕਿਵੇਂ ਮਗਰ ਪਈ ਐ? ਬੰਦੇ ਦਾ ਪੁੱਤ ਨਾਲੇ ਸੂਰ ਦਾ ਪੁੱਤ। ਫੇਰ ਬਿੰਦ ਝੱਟ ਐਵੇਂ ਖਲੋਤਾ ਰਿਹਾ। ਮਗਰੋਂ ਪਾਣੀ ਗੇੜ ਕੇ ਪਿਆਉਣ ਲੱਗ ਪਿਆ। ਪਾਣੀ ਗੇੜਦਿਆਂ ਉਹਦਾ ਸਾਹ ਚੜ ਗਿਆ। ਵਿਤੋਂ ਊਣਾ ਹੋਣ ਕਾਰਨ ਹੱਥੜੀ ਦਬਾਉਣ ਲਈ ਉਹਨੂੰ ਧਰਤੀ ਤੋਂ ਹੱਥ ਉੱਚਾ ਬੁੜਕਣਾ ਪੈ ਰਿਹਾ ਸੀ। ਇਸ ਚਾਲ ਨਾਲ ਨਲਕੇ ਦੀ ਆਵਾਜ਼ ਹੋਰ ਹੀ ਤਰ੍ਹਾਂ ਦੀ ਹੋ ਗਈ। ਕਿਉਂ ਨਲਕਾ ਭੰਨਣਾ ਲਿਆ? ਲਾਉਣਾ ਸੌਖਾ ਹੈ, ਲਿਆਉਣ ਦਾ ਫਿਕਰ ਨਹੀਂ ਨਾ। ਹੋਰ ਕੌਣ ਲਿਆਉਂਦਾ? ਮੈਂ ਹੀ ਲਵਾਇਆ ਉਦੋਂ ਭੀਚੇ ਝੋਰ ਨਾਲ। ਕੋਈ ਲੇਖਾ ਹੈ? ਮਹਿੰਦਰੋ ਬੋਲਦੀ ਰਹੀ ਤੇ ਗੋਰਾ ਨਲਕੇ ਦੇ ਮੂੰਹ ਵਿੱਚੋਂ ਬੱਠਲ 'ਚ ਡਿੱਗਦੇ ਪਾਣੀ ਦੀ ਧਾਰ ਤੇ ਫੇਰ ਬਣਦੇ ਫੁੱਲ ਵੱਲ ਵੇਖਣ ਲੱਗ ਪਿਆ। ਚਾਰ ਕੁ ਹਜੋਕੇ ਮਾਰ ਕੇ ਉਹ ਡਿੱਗਦੇ ਪਾਣੀ ਦੀ ਧਾਰ ਨਾਲ ਬਣਾਇਆ ਫੁੱਲ ਵੇਖਣ ਲੱਗ ਪੈਂਦਾ। ਪਰ ਬੱਠਲ 'ਚੋਂ ਪਾਣੀ ਮੁੱਕਦਿਆਂ ਹੀ ਪਸ਼ੂ ਉਤਾਂਹ ਨਾਸਾਂ ਚੁੱਕ ਕੇ ਫੁਕਾਰਾ ਮਾਰਦਾ। ਉਹ ਫੇਰ ਨਲਕਾ ਗੇੜਨ ਲੱਗ ਪੈਂਦਾ। ਉਦੋਂ ਹੀ ਬਾਹਰਲੇ ਬਾਰ ਦਾ ਤਖਤਾ ਖੜਕਿਆ। ਗੋਰੇ ਨੇ ਉਸੇ ਤਰ੍ਹਾਂ ਹਥਲੀ ਨੂੰ ਹੱਥ ਪਾਈ ਰੱਖਿਆ ਤੇ ਮਗਰ ਉੱਲਰ ਕੇ ਧੌਣ ਉਗਾਸਦਿਆਂ ਬਾਹਰਲੇ ਬਾਰ ਵੱਲ ਝਾਤੀ ਮਾਰੀ।
ਬਾਪੂ ਚਰੀ ਦੀ ਭਰੀ ਸਿਰ ਤੇ ਚੁੱਕੀ ਬਲਦਾਂ ਨੂੰ ਅੰਦਰ ਕਰ ਰਿਹਾ ਸੀ। ਗਿੰਦਰ ਨੇ ਚਰੀ ਦੀ ਭਰੀ ਮਸ਼ੀਨ ਕੋਲ ਸੁੱਟੀ ਤਾਂ ਗੋਰਾ ਧੰਦਕ ਗਿਆ। ਆ ਬਲਦਾਂ ਨੂੰ ਵੀ ਪਾਣੀ ਦਿਖਾ ਓਏ, ਵਿਖਾਉਣਾ ਹੈ। ਗੋਰੇ ਨੇ ਮਰੇ ਹੋਏ ਬੋਲ ਨਾਲ ਹੌਲੀ ਜਿਹੀ ਆਖਿਆ। ਓਏ ਆ ਪੱਠੇ ਕੁਤਰਨ ਵਾਲੇ ਪਏ ਐ। ਇਸ ਗੱਲ ਦਾ ਕਿਸੇ ਵੀ ਨਾ ਉੱਤਰ ਦਿੱਤਾ। ਗੋਰੇ ਦੇ ਕੰਨਾਂ 'ਚ ਸਾਂ-ਸਾਂ ਹੋ ਰਹੀ ਸੀ। ਗਿੰਦਰ ਟੋਕੇ ਰੇਤਣ ਲੱਗ ਪਿਆ। ਗੋਰਾ ਬਲਦਾਂ ਨੂੰ ਪਾਣੀ ਪਿਆ ਕੇ ਰੁੱਗ ਲਾਉਣ ਲਈ ਐਵੇਂ ਹੀ ਟਾਂਡੇ ਸੂਤ ਕਰਨ ਆ ਲੱਗਿਆ ਸੀ। ਰੇਤ ਪਰੇ ਰੱਖ ਕੇ ਜਦੋਂ ਗਿੰਦਰ ਨੇ ਗੋਰੇ ਨੂੰ ਰੁੱਗ ਲਾਉਣ ਲਈ ਆਖਿਆ ਤਾਂ ਉਸ ਗੋਰੇ ਦੇ ਘੂਰੇ ਹੋਏ ਮੂੰਹ ਵੱਲ ਵੇਖਿਆ। ਅੱਜ ਪੜਨ ਗਿਆ ਸੀ? ਰੁੱਗ ਚੁੱਕਦਾ ਗੋਰਾ ਰੁਕ ਗਿਆ। ਹਾਂ, ਆ ਕੇ ਆਪਦੇ ਚਾਚੇ ਕੋਲੇ। ਗੋਰੇ ਨੇ ਉੱਤਰ ਨਹੀਂ ਦਿੱਤਾ, ਪਰ ਬੱਗੀ ਜਿਹੀ ਝਾਕਣੀ ਨਾਲ ਉਸ ਗਿੰਦਰ ਵੱਲ ਵੇਖਿਆ। ਮੈਂ ਕੀ ਪੁੱਛਿਆ? ਐਤਕੀ ਗਿੰਦਰ ਦਾ ਬੋਲ ਸਖਤ ਸੀ। ਸਵੇਰੇ ਜਾਊਂਗਾ। ਨਾ ਅੱਜ ਮੰਗਣੇ ਤੇ ਗਿਆ ਸੀ? ਜਾਊਂਗਾ ਸਵੇਰੇ। ਨਾ ਜਾਈ ਕੱਲ ਨੂੰ ਤੂੰ, ਦੇਖੀ ਤੇਰੀ ਛਿੱਲ ਲੈਂਦੀ, ਆਖਦਾ ਗਿੰਦਰ ਮਸ਼ੀਨ ਫੇਰਨ ਲੱਗ ਪਿਆ। ਪਿੱਛੇ ਹਟਿਆ ਗੋਰਾ ਵੀ ਚਰੀ ਦੇ ਟਾਂਡੇ ਸੂਤ ਕਰਨ ਲੱਗ ਪਿਆ। ਵਿਦਿਆਰਥੀਓ, ਪਿਛਲੇ 2 ਕਾਂਡਾਂ ਦੀ ਆਡੀਓ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਅਗਲੇ ਕਾਂਡ ਦੀ ਆਡੀਓ ਜਲਦੀ ਹੀ ਅਪਲੋਡ ਕੀਤੀ ਜਾਵੇਗੀ। ਉਦੋਂ ਤੱਕ ਕਾਂਡ 3 ਦਾ ਪਾਠ ਧਿਆਨ ਨਾਲ ਕੀਤਾ ਜਾਵੇ ਅਤੇ ਇਸ ਵਿੱਚ ਆਏ ਵਿਚਾਰਾਂ ਨੂੰ ਧਿਆਨ ਨਾਲ ਸਮਝਿਆ ਜਾਵੇ। ਧੰਨਵਾਦ।